ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਨਵੇਂ ਅੜਿੱਕੇ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਦੀਆਂ ਸੰਭਾਵਨਾਵਾਂ ਖਤਮ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ। ਚਰਨਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਜਲੰਧਰ ਜਿਮਨੀ ਚੋਣ ਲਈ ਚੋਣ ਪ੍ਰਚਾਰ ਜਿਹੜਾ ਹੈਗਾ ਸਿਖਰ ਤੇ ਪਹੁੰਚ ਚੁੱਕਾ ਹੈ ਤੇ ਇਸ ਚੋਣ ਪ੍ਰਚਾਰ ਦੇ ਨਾਲ ਨਾਲ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਜਿਹੜਾ ਹੋ ਸਕਦਾ ਹੈ, ਉਸ ਦੀ ਚਰਚਾਵਾਂ ਚੱਲ ਰਹੀਆਂ ਸੀ, ਵੱਡੇ ਪੱਧਰ ਤੇ ਗੱਲਾਂ ਸੁਣਨ ਨੂੰ ਮਿਲ ਰਹੀਆਂ ਸੀ। ਪਰ ਜੇ ਦੇਖੀਏ ਤਾਂ ਦੋਵੇਂ ਪਾਰਟੀਆਂ ਦੇ ਆਗੂਆਂ ਨੇ ਸਪਸ਼ਟ ਕਰ ਦਿੱਤਾ ਵੀ ਕਿ ਇਹ ਗੱਠਜੋੜ ਜਿਹੜਾ ਹੈਗਾ ਨਹੀਂ ਹੋਵੇਗਾ। ਇਸ ਬਾਰੇ ਕੋਈ ਗੱਲਬਾਤ ਨਹੀਂ ਹੋ ਰਹੀ, ਸਾਡੀ ਕੋਈ ਇਸ ਬਾਰੇ ਕੋਈ ਵਿਚਾਰ ਨਹੀਂ ਹੈ। ਇਹ ਦੋਵੇਂ ਪਾਰਟੀਆਂ ਦੇ ਆਗੂਆਂ ਦਾ ਕਹਿਣਾ ਹੈ ਵੀ ਕਿ ਫਿਰ ਜਿਹੜੇ ਹਾਲਾਤਾਂ 'ਚ ਦੋਵੇਂ ਪਾਰਟੀਆਂ ਇਸ ਸਮੇਂ ਗੁਜ਼ਰ ਰਹੀਆਂ ਤੇ ਉਹਨਾਂ ਨੂੰ ਤੁਸੀਂ ਕਿਵੇਂ ਦੇਖੋਗੇ, ਤੇ ਜੇ ਗੱਠਜੋੜ ਨਹੀਂ ਹੁੰਦਾ ਤਾਂ ਇਹਨਾਂ ਦਾ ਕੀ ਸਿਆਸੀ ਭਵਿੱਖ ਲੱਗਦਾ ਤੁਹਾਨੂੰ? ਦੇਖੋ, ਜਿੰਨੀ ਤੇਜ਼ੀ ਨਾਲ ਇਹ ਕਿਆਸ ਲੱਗਣੇ ਸ਼ੁਰੂ ਹੋਏ ਸੀ ਕਿ ਅਕਾਲੀ ਭਾਜਪਾ ਦਾ ਆਪਸੀ ਜਿਹੜਾ ਸਮਝੌਤਾ ਉਹ ਮੁੜ ਹੋਵੇਗਾ ਜੀ, ਉਨੀ ਹੀ ਤੇਜ਼ੀ ਨਾਲ ਜਿਹੜੀਆਂ ਦੋਹੇਂ ਪਾਰਟੀਆਂ, ਖਾਸ ਕਰਕੇ ਭਾਜਪਾ, ਇਹਨਾਂ ਕਿਆਸਾਂ ਨੂੰ ਖਾਰਜ ਕਰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਦਿਨ ਚੰਡੀਗੜ੍ਹ ਆਉਂਦੇ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਜੀ, ਉਸ ਦਿਨ ਇਹ ਚਰਚਾ ਉੱਠਦੀ ਹੈ ਕਿ ਲੱਗਦਾ ਹੈਗਾ ਹਾਲਾਤਾਂ ਤੋਂ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਖੁਦ ਇਸ ਦੁੱਖ ਦੀ ਘੜੀ ਦੇ ਵਿੱਚ ਚੰਡੀਗੜ੍ਹ ਪਹੁੰਚੇ ਨੇ ਜੀ, ਆਪਣੇ ਸਾਰੇ ਰੁਝੇਵਿਆਂ ਨੂੰ ਰੱਦ ਕਰਕੇ, ਤਾਂ ਇਸ ਕਿਸਮ ਦੇ ਹਾਲਾਤਾਂ ਤੋਂ ਇਹ ਇੱਕ ਕਿਆਸ ਲਾਏ ਗਏ ਸੀ ਕਿ ਦੋਹਾਂ ਧਿਰਾਂ ਦੇ ਵਿੱਚ 2024 ਦੀਆਂ ਚੋਣਾਂ ਤੋਂ ਪਹਿਲਾਂ ਜਿਹੜਾ ਮੁੜ ਗੱਠਜੋੜ ਹੈ ਜਾਂ ਅਲਾਇੰਸ ਹੈ ਉਹ ਬਣ ਸਕਦਾ ਹੈ। ਜੀ, ਹੁਣ ਇਹਨਾਂ ਨੂੰ ਦੋਹਾਂ ਪਾਰਟੀਆਂ ਦੇ ਆਗੂ ਆ ਜਿਹੜੇ ਉਹ ਖਾਰਜ ਕਰ ਚੁੱਕੇ ਨੇ। ਭਾਜਪਾ ਨੇ ਤਾਂ ਪੂਰੀ ਤਰ੍ਹਾਂ ਹੀ ਖਾਰਜ ਕੀਤਾ, ਉਹਨਾਂ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਜੀ ਕਹਿ ਦਿੱਤਾ ਹੈ। ਉਸ ਤੋਂ ਬਾਅਦ ਭਾਜਪਾ ਪੰਜਾਬ ਦੇ ਪ੍ਰਧਾਨ ਹੈ ਅਸ਼ਵਨੀ ਸ਼ਰਮਾ, ਜੀ, ਉਹਨਾਂ ਨੇ ਵੀ ਇਹ ਗੱਲ ਨੂੰ ਰੱਦ ਕਰ ਦਿੱਤਾ ਹੈ ਔਰ ਉਹਨਾਂ ਨੇ ਇਹ ਕਿਹਾ ਹੈ ਕਿ ਚਾਹੇ ਚੋਣ ਆਉਣ ਵਾਲੇ ਟਾਈਮ ਛੋਟੀ ਹੋਵੇ ਚਾਹੇ ਵੱਡੀ ਹੋਵੇ, ਜੀ, ਅਸੀਂ ਭਾਜਪਾ ਪਾਰਟੀ ਹੈ ਜਿਹੜੀ ਉਹ ਇਕੱਲੇ ਤੌਰ ਤੇ ਮੈਦਾਨ ਦੇ ਵਿੱਚ ਨਿਤਰੇਗੀ। ਜੀ, ਦੂਸਰੀ ਤਰਫ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਨੇਤਾ ਥੋੜਾ ਕਾਹਲ ਦੇ ਵਿੱਚ ਜਾਪਦੇ ਸੀਗੇ, ਕਿਉਂਕਿ ਅਕਾਲੀ ਦਲ ਨੂੰ ਲੱਗਦਾ ਕਿ ਅੰਦਰੋਂ ਅੰਦਰ ਹੀ ਇਹਨਾਂ ਦੇ ਪਾਰਟੀ ਦੇ ਅੰਦਰ ਚੱਲ ਰਿਹਾ ਹੈ ਕਿ ਜੇ ਭਾਜਪਾ ਨਾਲ ਸਮਝੌਤਾ ਹੁੰਦਾ ਹੈ ਤਾਂ ਮੁੜ ਜਿਹੜਾ ਇਸ ਅਲਾਇੰਸ ਦਾ ਉਭਾਰ ਪੰਜਾਬ ਦੇ ਵਿੱਚ ਹੋ ਸਕਦਾ ਹੈ। ਜੀ, ਸੋ ਹੁਣ ਇਹ ਸਾਰੇ ਕਿਆਸ ਹੈ ਜਿਹੜੇ ਇੱਕ ਵੇਲੇ ਫਿਲਹਾਲ ਹੈ ਜਿਹੜੇ ਉਹ ਰੱਦ ਹੋ ਚੁੱਕੇ ਨੇ। ਜੀ, ਔਰ ਵੈਸੇ ਤਾਂ ਇਹ ਨਹੀਂ, ਆਪਾਂ ਕਿਸੇ ਚੀਜ਼ ਨੂੰ ਪੋਲੀਟਿਕਸ ਦੇ ਵਿੱਚ ਪਰਮਾਨੈਂਟਲੀ ਨਹੀਂ ਲਿਆ ਜਾਂਦਾ, ਅਸਥਾਈ ਦੇ ਤੌਰ ਤੇ ਦੇਖਿਆ ਜਾਂਦਾ ਹੈਗਾ ਕਿ ਕੁਝ ਵੀ ਪੱਕਾ ਨਹੀਂ ਹੁੰਦਾ, ਕਿਉਂਕਿ ਹਰ ਚੀਜ਼ ਸੰਭਵ ਹੁੰਦੀ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਕਿਉਂਕਿ ਖਾਸ ਕਰਕੇ ਇਹ ਲੜਾਈ ਹੁੰਦੀ ਹੈ ਜਿਹੜੀ ਪੋਲੀਟੀਕਲ ਲੜਾਈ ਹੁੰਦੀ ਹੈ। ਹੁਣ ਉਹ ਜ਼ਮਾਨਾ ਤਾਂ ਰਿਹਾ ਨਹੀਂ ਕਿ ਤੁਹਾਡੀ ਕਿਸੇ ਵਿਚਾਰਧਾਰਾ ਹੈ, ਤੁਹਾਡਾ ਕੋਈ ਅਖਲਾਕ ਹੈ, ਜੀ, ਬਿਲਕੁਲ, ਉਸ ਮੁੱਦੇ ਤੇ ਇਕੱਠੇ ਹੋ ਕੇ ਤੁਸੀਂ ਅੱਗੇ ਵਧਦੇ ਹੋ। ਹੁਣ ਤਾਂ ਤੁਹਾਡੀ ਸੱਤਾ ਦੀ ਲੜਾਈ ਹੁੰਦੀ ਹੈ। ਤੁਸੀਂ ਸੱਤਾ ਹਾਸਲ ਕਰਨ ਦੇ ਲਈ ਤੁਸੀਂ ਸਿਆਸੀ ਸਵਾਰਥਾਂ ਦੇ ਮੱਦੇ ਨਜ਼ਰ ਹੈ ਜਿਹੜਾ ਇਸ ਕਿਸਮ ਦੇ ਅਲਾਇੰਸ ਹੈ, ਜਿਹੜੇ ਗੱਠਜੋੜ ਹੈ ਉਹ ਹੁੰਦੇ ਹੈ। ਕੋਈ ਇਹ ਨਹੀਂ ਕਿ ਅਸੀਂ ਕੋਈ ਪਬਲਿਕ ਦਾ ਫਾਇਦਾ ਕਰਨਾ ਹੈ, ਕੋਈ ਸੋਸਾਇਟੀ ਦਾ ਫਾਇਦਾ ਕਰਨਾ ਜਾਂ ਕੰਟਰੀ ਨੂੰ ਅੱਗੇ ਵਧਾਉਣ ਲਈ ਇਹ ਗੱਠਜੋੜ ਕਰ ਰਹੇ ਹਾਂ। ਉਹਨਾਂ ਦੀ ਇੱਕ ਸੱਤਾ ਦੀ ਭੁੱਖ ਹੁੰਦੀ ਹੈ ਦੋਹਾਂ ਧਿਰਾਂ ਦੀ। ਉਹਨਾਂ ਨੂੰ ਲੱਗਦਾ ਕਿ ਕੁਰਸੀ ਹਾਸਲ ਕਰਨੀ ਹੈ ਤਾਂ ਇਸ ਰੂਪ 'ਚ ਸੌਖੀ ਹਾਸਲ ਹੋ ਸਕਦੀ ਹੈਗੀ ਹੈ। ਤੇ ਜਿਵੇਂ ਪੋਲੀਟੀਕਲ ਨਜ਼ਰੀਏ ਤੋਂ ਉਹਨੂੰ ਦੇਖਣਾ ਹੋਵੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਪੋਲੀਟੀਸ਼ੀਅਨ ਹੈ ਜਾਂ ਪੋਲੀਟੀਕਲ ਪਾਰਟੀਆਂ ਜਾਂ ਆਗੂ ਨੇ ਉਹ ਕੁਰਸੀ ਲਈ ਗਧੇ ਨੂੰ ਬਾਪ ਤੇ ਬਾਪ ਨੂੰ ਗਧਾ ਵੀ ਆਖ ਸਕਦੇ ਨੇ। ਜੀ, ਬਿਲਕੁਲ, ਮਤਲਬ ਇਸ ਹੱਦ ਤੱਕ ਚਲੇ ਜਾਂਦੇ ਨੇ। ਇਸ ਕਰਕੇ ਚਾਹੇ ਅੱਜ ਦੀ ਘੜੀ ਆਪਾਂ ਇਹਨਾਂ ਨੂੰ ਖਾਰਜ ਕਰਦੇ ਹਾਂ ਕਿ ਕਿਸੇ ਕਿਸਮ ਦਾ ਕੋਈ ਅਲਾਇੰਸ ਹੋਣ ਦੀ ਸੰਭਾਵਨਾ ਨਹੀਂ, ਜਿਸ ਤਰ੍ਹਾਂ ਦੋਹਾਂ ਧਿਰਾਂ ਦੇ ਪੋਲੀਟੀਕਲ ਨੇਤਾਵਾਂ ਨੇ ਕਿਹਾ ਜਾਂ ਸਿਚੁਏਸ਼ਨ ਜਿਸ ਤਰ੍ਹਾਂ ਦੀ ਬਣੀ ਹੋਈ ਹੈ। ਪਰ ਫਿਰ ਵੀ ਆਉਣ ਵਾਲੇ ਟਾਈਮ 'ਚ ਹਾਲਾਤ ਕਿਸੇ ਵੇਲੇ ਕਿਸ ਕਰਵਟ ਬੈਠਦੇ ਨੇ। ਪਰ ਹੁਣ ਇੱਕ ਗੱਲ ਦੇਖਣ ਵਾਲੀ ਆਤਿਸ਼ ਇਹ ਹੋਏਗੀ ਕਿ ਜਿਹੜੇ ਵੱਡੇ ਬਾਦਲ ਨੇ ਜੀ, ਉਹਨਾਂ ਦੀ ਹੁਣ ਗੈਰ ਮੌਜੂਦਗੀ ਹੋਏਗੀ। ਬਿਲਕੁਲ, ਕਿਉਂਕਿ ਉਹਨਾਂ ਦੀ ਮੌਜੂਦਗੀ ਦੇ ਵਿੱਚ ਬਹੁਤ ਚੀਜ਼ਾਂ ਜਿਹੜੀ ਪੋਸੀਬਿਲਿਟੀਜ਼ ਕਹੀ ਜਾ ਸਕਦੀ ਸੀ, ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਆਉਣ ਵਾਲੇ ਟਾਈਮ 'ਚ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਕਿਸ ਤਰ੍ਹਾਂ ਦਾ ਮੋੜਾ ਕੱਢਦਾ ਹੈ, ਕੀ ਉਹ ਮਜ਼ਬੂਤੀ ਵੱਲ ਵੱਧਦਾ ਹੈ, ਕੀ ਉਸ ਦਾ ਆਭਾਰ ਹੁੰਦਾ ਹੈ, ਜਾਂ ਉਹਨਾਂ ਦੇ ਆਗੂਆਂ ਦਾ ਜਿਹੜਾ ਆਪਸੀ ਏਕਾ ਹੁਣ ਤੱਕ ਬਣਿਆ ਹੋਇਆ ਸੀ
ਜਿੰਨੇ ਵੀ ਸੀਨੀਅਰ ਨੇਤਾ ਸੀ, ਕਿਉਂਕਿ ਬਹੁਤਿਆਂ ਨੂੰ ਤਾਂ ਵੱਡੇ ਬਾਦਲ ਦੀ ਇੱਕ ਝੇਪ ਵੀ ਬਣੀ ਹੋਈ ਸੀ ਜੀ, ਕਿ ਉਹ ਇੱਕ ਯੂਨਿਟੀ ਦੇ ਵਿੱਚ ਅਕਾਲੀ ਦਲ ਨੂੰ ਅੱਗੇ ਵਧਾਉਂਦੇ ਨੇ, ਜੀ, ਜਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ, ਉਹਨਾਂ ਦੀ ਵੱਡੇ ਬਾਦਲ ਦੀ ਗੈਰ ਮੌਜੂਦਗੀ ਦੇ ਵਿੱਚ ਜਿਹੜੀ ਲੀਡਰਸ਼ਿਪ ਹੈ ਉਹ ਕਿੰਨੀ ਕੁ ਉੱਭਰਦੀ ਹੈ, ਇਹ ਇਹਨਾਂ ਤੇ ਕਾਫੀ ਨਿਰਭਰ ਕਰੇਗਾ ਜੀ, ਕਿਉਂਕਿ ਭਾਜਪਾ ਦੇ ਆਗੂ ਤਾਂ ਇਹ ਵੀ ਕਹਿੰਦੇ ਨੇ ਕਿ ਜਦੋਂ ਅਲਾਇੰਸ ਇਹ ਤੋੜਿਆ ਗਿਆ ਸੀ, ਐਨਡੀਏ ਚੋਂ ਸ਼੍ਰੋਮਣੀ ਅਕਾਲੀ ਦਲ ਬਾਹਰ ਆਇਆ ਸੀ, ਤੁਹਾਡੇ ਯਾਦ ਹੋਏਗਾ, ਆਪਣੇ ਦਰਸ਼ਕਾਂ ਨੂੰ ਭਲੀ ਭਾਂਤ ਪਤਾ ਹੈ ਇਸ ਗੱਲ ਦਾ ਜੀ, ਬਿਲਕੁਲ। ਕਿ ਜਦੋਂ ਖੇਤੀ ਕਾਨੂੰਨਾਂ ਤੇ ਖਿਲਾਫ ਕਿਸਾਨ ਨਿੱਤਰੇ ਹੋਏ ਸੀ ਪੂਰੇ ਦੇਸ਼ ਦੇ, ਤਾਂ ਉਸ ਟਾਈਮ ਇੱਕ ਪ੍ਰੈਸ਼ਰ ਬਿਲਡ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਤੇ, ਜਿਹਦੇ ਵਿੱਚ ਹਰਸਿਮਰਤ ਕੌਰ ਬਾਦਲ ਹੈ ਜਿਹੜੇ ਉਹ ਵੀ ਰਿਜ਼ਾਈਨ ਕਰਦੇ ਆਪਣੀ ਮਿਨਿਸਟਰੀ ਤੋਂ, ਔਰ ਐਨਡੀਏ ਚੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਹਰ ਵੀ ਆਉਂਦਾ, ਜਾਂ ਆਪਾਂ ਕਹ ਦਈਏ ਕੋਈ ਅਲਾਇੰਸ ਟੁੱਟਦਾ ਹੈਗਾ। ਤਾਂ ਭਾਜਪਾ ਇਹ ਸਮਝਦੀ ਹੈ ਕਿ ਅਲਾਇੰਸ ਤੋੜਨ ਦੀ ਜਿਹੜੀ ਪਹਿਲ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਜੀ, ਇਸ ਕਰਕੇ ਆਪਣੇ ਆਪ ਨੂੰ ਉਹ ਥੋੜਾ ਹੋਰ ਐਂਗਲ ਤੋਂ ਦੇਖਦੇ ਜਾਂ ਹੋਰ ਨਜ਼ਰੀਏ ਦੇ ਵਿੱਚ ਰੱਖਦੇ ਨੇ ਆਪਣੇ ਆਪ ਨੂੰ। ਸੈਕਿੰਡ, ਇੱਕ ਖਾਸ ਕਰਕੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜਾਂ ਹੋਮ ਮਿਨਿਸਟਰ ਹੈ ਅਮਿਤ ਸ਼ਾਹ ਜੀ, ਜਿਸ ਕਿਸਮ ਦਾ ਇਹਨਾਂ ਦਾ ਸੁਭਾਅ ਹੈ ਜਾਂ ਇਹਨਾਂ ਦੀ ਸੋਚ ਹੈ, ਉਸ ਐਂਗਲ ਤੋਂ ਇਹ ਦੇਖਦੇ ਨੇ ਕਿ ਜਦੋਂ ਸਾਡੇ ਤੇ ਭਾਜਪਾ ਤੇ ਅਸੀਂ ਔਖ ਦੀ ਘੜੀ ਦੇ ਵਿੱਚ ਸੀ, ਤਾਂ ਔਖ ਦੀ ਘੜੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸਾਡਾ ਪੱਲਾ ਸਾਥ ਨਹੀਂ ਦਿੱਤਾ, ਛੱਡ ਕੇ ਪਾਸੇ ਹੋ ਗਏ। ਉਸ ਗੱਲ ਨੂੰ ਵੀ ਉਹਨਾਂ ਨੇ ਕਿਤੇ ਨਾ ਕਿਤੇ ਇਹ ਗੱਲ ਮਨ ਤੇ ਲਾਇਆ ਹੋਇਆ। ਤੀਸਰਾ, ਪੋਲਿਟਿਕਸ ਦੇ ਵਿੱਚ ਇਹ ਦੇਖਿਆ ਜਾਂਦਾ ਕਿ ਕਿਸੇ ਦੀ ਜਿਹੜੀ ਝੋਲੀ ਉਹਦੇ ਵਿੱਚ ਕਿੰਨੇ ਕੁ ਦਾਣੇ ਨੇ, ਉੱਥੇ ਚਿਹਰਾ ਨਹੀਂ ਇਕੱਲਾ ਦੇਖਿਆ ਜਾਂਦਾ। ਜੇ ਉਹਨਾਂ ਨੂੰ ਲੱਗਦਾ ਕਿ ਇਸ ਬੰਦੇ ਦੇ ਪੱਲੇ 4 ਵੋਟਾਂ ਹੈਗੀਆਂ ਨੇ, ਉਹਨਾਂ ਨੂੰ ਉਹ ਤਾਂ ਪਹਿਲਾਂ ਹੀ ਮਹਿਸੂਸ ਇਹ ਕਰਦੇ ਸੀ ਕਿਤੇ ਨਾ ਕਿਤੇ, ਖਾਸ ਕਰਕੇ ਪੰਜਾਬ ਦੇ ਆਗੂ ਭਾਜਪਾ ਦੇ ਆਪਣੀ ਜਿਹੜੀ ਫੀਡਬੈਕ ਦਿੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਗ੍ਰਾਫ ਇਹਦਾ ਡਿੱਗਿਆ ਹੈਗਾ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੇ ਪਿਛਲੇ ਟਾਈਮ 'ਚ ਦਾਗ ਲੱਗੇ ਬੇਅਦਬੀ ਦੇ ਮਸਲਿਆਂ ਤੋਂ ਬਾਅਦ, ਚਾਹੇ ਉਹ ਨਸ਼ਿਆਂ ਦਾ ਮਸਲਾ ਹੋਵੇ, ਤਾਂ ਉਸ ਦੇ ਦਾਗਾਂ ਦੇ ਕਰਕੇ ਜਿਹੜਾ ਹਿੱਟ ਨਾਲੋਂ ਨਾਲ ਭਾਜਪਾ ਵੀ ਹੋ ਰਹੀ ਹੈ। ਜੀ, ਬਿਲਕੁਲ। ਸੋ ਭਾਜਪਾ ਬੜਾ ਸੋਚ ਸਮਝ ਕੇ ਪੈਂਤੜਾ ਆਪਣਾ ਲਏਗੀ। ਔਰ ਇੱਕ ਦੇਖਣ ਵਾਲੀ ਇਹ ਵੀ ਗੱਲ ਹੋਈ ਕਿ ਨੈਸ਼ਨਲ ਸੀਨ ਕੀ ਬਣਦਾ ਆਉਣ ਵਾਲੇ ਟਾਈਮ 'ਚ 2024 ਤੋਂ ਪਹਿਲਾਂ, ਜਿਸ ਤਰ੍ਹਾਂ ਸਾਰੀਆਂ ਰੀਜਨਲ ਪਾਰਟੀਆਂ ਇਕੱਠੀਆਂ ਹੋ ਰਹੀਆਂ ਭਾਜਪਾ ਦੇ ਖਿਲਾਫ, ਇੱਕ ਫਰੰਟ ਬਣਨ ਦਾ ਰਾਹ ਜਿਹੜਾ ਬਣਾਇਆ ਜਾ ਰਿਹਾ ਹੈਗਾ, ਹਨਾ, ਕਿ ਉਹ ਕਿਸ ਤਰ੍ਹਾਂ ਦਾ ਰੂਪ ਰੇਖਾ ਉਹਨਾਂ ਦੀ ਬਣਦੀ ਹੈ, ਉਹ ਕਿੰਨਾ ਕੁ ਸਟਰੋਂਗ ਹੁੰਦਾ ਹੈ, ਇਹ ਨੈਸ਼ਨਲ ਸੀਨ ਤੋਂ ਵੀ ਭਾਜਪਾ ਦੇਖੇਗੀ। ਜੇ ਉਹਨਾਂ ਨੂੰ ਲੱਗਿਆ ਕਿ ਹਾਲਾਤ ਇਦਾਂ ਦੇ ਬਣ ਰਹੇ ਨੇ ਨੈਸ਼ਨਲ ਲੈਵਲ ਤੇ, ਕਿਉਂਕਿ ਹੁਣ ਤਾਂ ਬਿਲਕੁਲ ਦੋਨੇ ਪਾਰਟੀਆਂ ਇੱਕ ਉਧਰਲੇ ਪਾਸੇ ਖੜੀ ਹੈ, ਇੱਕ ਉਧਰਲੇ ਪਾਸੇ ਖੜੀ ਹੈ, ਕਿਉਂਕਿ ਭਾਜਪਾ ਦਾ ਨੈਸ਼ਨਲ ਲੈਵਲ ਤੇ ਸਿਖਰ ਹੈ ਤੇ ਅਕਾਲੀ ਦਲ ਦਾ ਸਿਰਫ 3 ਵਿਧਾਇਕ ਨੇ ਇਸ ਵੇਲੇ ਵਿਧਾਨ ਸਭਾ ਦੇ ਵਿੱਚ, ਉਹਦਾ ਗ੍ਰਾਫ ਬਿਲਕੁਲ ਡਾਊਨ ਹੈ। ਠੀਕ ਹੈ, ਬਰਾਬਰ ਤੇ ਸਮਝੌਤੇ ਆ ਕੇ ਹੁੰਦੇ, ਉਹਨੂੰ ਲੱਗਦਾ ਕਿ ਜੇ ਭਾਜਪਾ ਕਿਉਂ ਕਰੇਗੀ, ਜੇ ਭਾਜਪਾ ਨੂੰ ਲੱਗੇਗਾ ਕਿ ਅਕਾਲੀ ਦਲ ਦਾ ਕੋਈ ਗ੍ਰਾਫ ਉੱਪਰ ਆ ਰਿਹਾ, ਸਾਨੂੰ ਇਹਦਾ ਫਾਇਦਾ ਹੋਏਗਾ, ਤਾਂ ਹੀ ਉਹ ਕਰਨਗੇ। ਬਿਲਕੁਲ, ਕਿਉਂਕਿ ਲੈਣ ਦੇ ਨਹੀਂ ਹੁੰਦਾ ਪੋਲੀਟੀਕਲੀ ਤਾਂ ਇਹ। ਉਸ ਤੋਂ ਵੱਡਾ ਦੇਖਿਆ ਜਾਏਗਾ ਕਿ ਜਿਹੜੀ ਜਲੰਧਰ ਦੀ ਜਿਮਨੀ ਚੋਣ ਹੈ ਆਤਿਸ਼, ਉਹ ਬੜਾ ਪ੍ਰਭਾਵ ਛੱਡੇਗੀ। ਉਹਦੇ ਵਿੱਚ ਕਿਸ ਕਿਸਮ ਦੇ ਰਿਜ਼ਲਟ ਰਹਿੰਦੇ ਨੇ, ਉਹਦੇ ਨਾਲ ਫਿਰ 2024 ਦੀ ਅਲਾਇੰਸ ਹੋਣਾ ਹੈ ਨਹੀਂ ਹੋਣਾ ਹੈ, ਕਰਨਾ ਹੈ ਨਹੀਂ ਕਰਨਾ, 9 ਮਾਸ ਦਾ ਰਿਸ਼ਤਾ ਬਣਾਉਣਾ ਹੈ ਜਾਂ ਇਸ ਤਰ੍ਹਾਂ ਹੀ ਟੁੱਟੀ ਰਹੇਗੀ ਇਹ ਜਿਹੜੀ ਸਾਂਝ ਆ ਉਹਨਾਂ ਦੀ ਆਪਸੀ, ਇਹ ਸਾਰੀਆਂ ਚੀਜ਼ਾਂ। ਕਿਉਂਕਿ ਇਸ ਵੇਲੇ ਜੇ ਕਿਹਾ ਜਾਂਦਾ ਕਿ 4 ਪਾਰਟੀਆਂ ਜਿਹੜੀਆਂ ਮੁੱਖ ਤੌਰ ਤੇ ਆਪਸ ਕੰਪੀਟੀਸ਼ਨ 'ਚ ਹੈ, ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਹੈਗੀ ਹੈ, ਤੇ ਤੁਹਾਡੀ ਭਾਜਪਾ ਹੈ, ਸ਼੍ਰੋਮਣੀ ਅਕਾਲੀ ਦਲ ਹੈ, ਤੇ ਜੇ ਵੋਟ ਬੈਂਕ ਹੈ ਭਾਜਪਾ ਦਾ ਜਿਹੜਾ, ਉਹ ਅਕਾਲੀ ਦਲ ਨੂੰ ਵੱਧਦਾ ਹੈਗਾ ਜਲੰਧਰ ਦੀ ਜਿਮਨੀ ਚੋਣ ਦੇ ਵਿੱਚ, ਕਿ ਇਹਦੇ ਨੂੰ ਅੱਗੇ ਨਿਕਲ ਜਾਂਦੇ ਆ, ਤਾਂ ਹੋਰ ਤਰ੍ਹਾਂ ਦਾ ਸੀਨ ਬਣੇਗਾ। ਸੋ ਸਾਰੀਆਂ ਚੀਜ਼ਾਂ ਨੂੰ ਖਿਆਲ ਰੱਖ ਕੇ, ਚਾਹੇ ਅੱਜ ਦੀ ਘੜੀ ਇਹਨੂੰ ਖਾਰਜ ਕਰ ਦਿੱਤਾ ਗਿਆ, ਜੇ ਭਾਜਪਾ ਨੇ ਇਸ ਤਰ੍ਹਾਂ ਹੀ ਪਹਿਲਾਂ ਨਾ ਉਹਨਾਂ ਦਾ ਵੋਟ ਬੈਂਕ ਵੱਧਦਾ ਹੋਇਆ 2022 ਤੋਂ, ਉਹ ਲਾਉਣਗੇ। ਜਿਸ ਤਰ੍ਹਾਂ ਜਲੰਧਰ ਸੰਗਰੂਰ ਦੀ ਜਿਮਨੀ ਚੋਣ ਸੀ, ਉੱਥੇ ਵੀ ਉਹ ਅਕਾਲੀ ਦਲ ਨੂੰ ਅੱਗੇ ਸੀ। ਬਿਲਕੁਲ, ਹਾਲਾਂਕਿ ਸੰਗਰੂਰ ਲੋਕ ਸਭਾ ਹਲਕੇ 'ਚ ਉਹਨਾਂ ਦਾ ਕਿਤੇ ਕੋਈ ਆਧਾਰ ਵੀ ਹੈ ਨਹੀਂ ਸੀ ਉਸ ਕਿਸਮ ਦਾ, ਨਾ ਹੀ ਉਹਨਾਂ ਕੋਲੇ ਉਹ ਸੀਗੇ ਤੁਹਾਡੇ ਜਿਹੜੇ ਕੋਈ ਕਾਉਂਸਲਰ ਜਿੱਤੇ ਹੋਣ, ਕੋਈ ਐਮਐਲਏ ਜਿੱਤੇ ਹੋਣ, ਇਦਾਂ ਦੀ ਵੀ ਕੋਈ ਗੱਲ ਨਹੀਂ ਸੀ। ਫਿਰ ਵੀ ਉਹ ਚੌਥੇ ਤੇ, ਜੇ ਉਦੋਂ ਵੱਧ ਆਪਣਾ ਵੋਟ ਬੈਂਕ ਵਧਾ ਜਾਂਦੇ ਭਾਜਪਾ, ਤਾਂ ਫਿਰ ਜੇ ਦੇਰ ਸਵੇਰ ਕੋਈ ਸਮਝੌਤਾ ਵੀ ਹੁੰਦਾ ਤਾਂ ਉਹ ਭਾਜਪਾ ਦੀਆਂ ਸ਼ਰਤਾਂ ਤੇ ਹੋਏਗਾ। ਚਰਨਜੀਤ ਜੀ, ਇਹ ਤਾਂ ਗੱਲ ਸੀਗੀ ਰਾਜਨੀਤੀ ਦੀ, ਪਰ ਇਸ ਦੇ ਨਾਲ ਹੀ ਜੇ ਗੱਲ ਖੇਤੀਬਾੜੀ ਦੀ ਕਰੀਏ ਤਾਂ ਸਾਡੀਆਂ ਸਰਕਾਰਾਂ ਫਸਲ ਚੱਕਰ ਦੀਆਂ ਗੱਲ ਤਾਂ ਬਹੁਤ ਕਰਦੀਆਂ ਨੇ, ਪਰ ਜਿਹੜਾ ਲਾਭ ਹੈ ਜਾਂ ਜਿਹੜੇ ਫਾਇਦੇ ਹੈ ਉਹ ਸਿਰਫ ਕਣਕ ਤੇ ਝੋਨੇ ਦੇ ਸਮੇਂ ਹੀ ਦਿੱਤੇ ਜਾਂਦੇ ਨੇ। ਹੁਣ ਵੀ ਪੰਜਾਬ ਦੇ ਵਿੱਚ ਕਣਕ ਨੂੰ ਲੈ ਕੇ ਤਾਂ ਵੱਡੀ ਗਿਣਤੀ 'ਚ ਸਰਕਾਰ ਵੱਲੋਂ ਵੀ ਤਿਆਰੀਆਂ ਵੀ ਕੀਤੀਆਂ ਗਈਆਂ, ਤੇ ਕਿਸਾਨਾਂ ਦੇ ਨੁਕਸਾਨ ਨੂੰ ਲੈ ਕੇ ਜਿਹੜਾ ਰੌਲਾ ਰੱਪਾ ਪਿਆ ਉਸ ਨੂੰ ਵੀ ਕਿਤੇ ਨਾ ਕਿਤੇ ਸਮੇਟਣ ਦੀ ਕੋਸ਼ਿਸ਼ ਕੀਤੀ ਹੈ। ਪਰ ਦੂਜੇ ਪਾਸੇ ਜੇ ਗੱਲ ਕਰਦੇ ਹਾਂ ਤਾਂ ਪੰਜਾਬ 'ਚ ਸਰੋਂ ਦੀ ਵੀ ਬਿਜਾਈ ਜਿਹੜੀ ਹੈਗੀ ਹੈ ਕੁਝ ਕਿਸਾਨਾਂ ਨੇ ਕੀਤੀ ਹੈ,
ਤੇ ਉਹਨਾਂ ਨੂੰ ਉਹ ਭਾਅ ਨਹੀਂ ਮਿਲ ਸਕਿਆ ਜੋ ਮਿਲਣਾ ਚਾਹੀਦਾ ਸੀਗਾ। ਇਸ ਤਰ੍ਹਾਂ ਜਿਹੜਾ ਸਰੋਂ ਦੀ ਬਿਜਾਈ ਕਰਨ ਵਾਲੇ ਕਿਸਾਨ ਨੇ ਉਹਨਾਂ ਨੂੰ ਇੱਕ ਵੱਡਾ ਰਗੜਾ ਜਿਹੜਾ ਹੈਗਾ ਲੱਗਿਆ। ਇਸ ਨੂੰ ਕਿਵੇਂ ਦੇਖੋਗੇ ਤੇ ਸਰਕਾਰਾਂ ਨੇ ਜੇ ਕੁਝ ਵੀ ਤਿਆਰੀ ਨਹੀਂ ਕੀਤੀ ਉਸ ਨੂੰ ਕਿਵੇਂ ਦੇਖੋਗੇ? ਦੇਖੋ, ਮੈਂ ਪਿਛਲੇ 2 ਦਿਨਾਂ ਦੇ ਵਿੱਚ 2-3 ਮੰਡੀਆਂ, ਸੰਗਤ ਮੰਡੀ, ਰਾਮਾ ਮੰਡੀ, ਬਠਿੰਡਾ, ਇਹਨਾਂ ਮੰਡੀਆਂ 'ਚ ਜਾ ਕੇ ਆਇਆ। ਮੈਂ ਦੇਖ ਕੇ ਆਇਆ ਉੱਥੋਂ ਦੇ, ਕਿਉਂਕਿ ਉੱਥੋਂ ਹੀ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਕਿ ਜਿਹੜੇ ਸਰੋਂ ਦੀ ਫਸਲ ਹੈ ਜਿਹੜੀ ਤਕਰੀਬਨ ਆਪਣੇ 15 ਫਰਵਰੀ ਤੋਂ ਆਉਣੀ ਸ਼ੁਰੂ ਹੋ ਜਾਂਦੀ ਹੈਗੀ ਹੈ। ਹੁਣ ਤਾਂ ਤਕਰੀਬਨ ਪੰਜਾਬ ਦੇ ਵਿੱਚ ਤਾਂ ਸਰੋਂ ਦੀ ਖਰੀਦ ਦਾ ਜਿਹੜਾ ਕੰਮ ਹੈ ਉਹ ਆਖਰੀ ਪੜਾਅ 'ਤੇ ਆਪਾਂ ਕਹਿ ਸਕਦੇ ਹਾਂ। ਹੁਣ ਤਾਂ ਇੱਕਾ ਦੁੱਕਾ ਢੇਰੀਆਂ ਜਿਹੜੀਆਂ ਉਹ ਆ ਰਹੀਆਂ ਨੇ, ਪਰ ਵੱਡੀ ਜਿਹੜੀ ਕਿਸਾਨਾਂ ਤੋਂ ਇਹ ਗੱਲ ਪਤਾ ਲੱਗੀ ਕਿ ਜਿਹੜੀ ਸਰੋਂ ਦੀ MSP ਤਾਂ ਹੈਗੀ 5450 ਰੁਪਏ ਜੀ, ਪਰ ਉਹ ਇਸ ਵਾਰ ਕਾਫੀ ਹੇਠਾਂ ਭਾਅ ਹੈ। ਜਿਵੇਂ ਅੱਜ ਦਾ ਭਾਅ ਮੈਂ ਦੁਆਰੇ ਪਤਾ ਕੀਤਾ ਕਿ 4400 ਰੁਪਏ ਵਿਕ ਰਹੀ ਹੈ ਜੀ। ਤਕਰੀਬਨ 1000 ਰੁਪਏ ਦਾ ਲਾਸ ਹੈ ਜਿਹੜਾ ਉਹ ਕਿਸਾਨਾਂ ਨੂੰ ਝੱਲਣਾ ਪੈ ਰਿਹਾ ਹੈ। ਬਿਲਕੁਲ 5450 ਦੇ ਅਗੇਂਸਟ ਕਿਸਾਨਾਂ ਨੂੰ 4400 ਰੁਪਏ ਪ੍ਰਤੀ ਕੁਇੰਟਲ ਹੈ ਜਿਹੜਾ ਉਹ ਸਰਕਾਰੀ ਭਾਅ ਮਿਲ ਰਿਹਾ ਹੈ। ਹੁਣ ਜਦੋਂ ਅਸੀਂ ਕਹਿੰਦੇ ਨੇ ਕਿ MSP ਦਾ ਤੈਅ ਕਰਤੀ, ਫਿਰ ਉਸ ਤੋਂ ਬਾਅਦ ਜ਼ਿੰਮੇਵਾਰੀ ਕਿਹਦੀ ਤੈਅ ਕਰਾਂਗੇ ਅਸੀਂ? ਪੰਜਾਬ ਸਰਕਾਰ ਦੀ ਤੈਅ ਕਰੀਏ ਜਾਂ ਕੇਂਦਰ ਸਰਕਾਰ ਦੀ ਤੈਅ ਕਰੀਏ? ਕੱਲਾ ਇਹਦਾ ਲੋਲੀਪੌਪ ਕਾਫੀ ਨਹੀਂ ਕਿ ਨਾ। ਕੱਲ ਨੂੰ ਤੁਸੀਂ ਕਹੋਗੇ ਕਿ ਤੁਹਾਡੀ ਸਰੋਂ ਦੀ ਜਿਹੜੀ MSP ਹੈ ਉਹ 10,000 ਹੈ ਪਰ ਵਿਕ ਰਹੀ ਹੈ ਮੰਡੀਆਂ 'ਚ 3-3,000। ਜੀ ਬਿਲਕੁਲ। ਪਿਛਲੇ ਸਾਲ ਸਰੋਂ ਦਾ ਭਾਅ ਆਤਿਸ਼ 7500 ਰੁਪਏ ਤੱਕ ਚਲਾ ਗਿਆ ਸੀ। ਜੀ ਬਿਲਕੁਲ। ਮੈਂ ਇਹਨੂੰ ਇਕੱਲੇ ਇੱਕ ਫਸਲ ਦੇ ਤੌਰ ਤੇ ਨਹੀਂ ਦੇਖਦਾ, ਮੈਂ ਇਸ ਐਂਗਲ ਤੋਂ ਦੇਖਦਾ ਆਤਿਸ਼ ਕਿ ਪੰਜਾਬ ਦੇ ਵਿੱਚ ਜਦੋਂ ਅਸੀਂ ਕ੍ਰੌਪ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹਾਂ, ਪੰਜਾਬ ਦੇ ਡੂੰਘੇ ਹੋ ਰਹੇ ਪਾਣੀਆਂ ਦੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਹਰ ਸਟੇਜ ਤੋਂ ਕਰਦੇ ਨੇ, ਤਾਂ ਇਹ ਕਾਫੀ ਇੰਪੋਰਟੈਂਟ ਹੈਗਾ। ਬਿਲਕੁਲ। ਖਾਸ ਕਰਕੇ ਜਿਹੜਾ ਮਾਲਵੇ ਦੇ ਜ਼ਿਲ੍ਹੇ ਨੇ, ਬਠਿੰਡਾ, ਮਾਨਸਾ, ਮੁਕਤਸਰ, ਫਾਜ਼ਿਲਕਾ, ਇਹਨਾਂ ਦੇ ਵਿੱਚ ਜਿੱਥੇ ਕੁਝ ਏਰੀਆ ਦੇ ਵਿੱਚ ਪਾਣੀ ਵੀ ਕਾਫੀ ਡੂੰਘੇ ਹੈਗੇ ਨੇ, ਇਧਰ ਸੰਗਰੂਰ, ਬਰਨਾਲਾ ਦੇ ਏਰੀਏ ਦੇ ਵਿੱਚ ਵੀ, ਤਾਂ ਇਹ ਗੱਲ ਕਾਫੀ ਇੰਪੋਰਟੈਂਟ ਹੈ ਕਿ ਸਰੋਂ ਨੂੰ ਅਸੀਂ ਇੱਕ ਅਲਟਰਨੇਟਿਵ ਦੇ ਤੌਰ ਤੇ ਦੇਖ ਸਕਦੇ ਹੈਗੇ ਆ, ਕਿਉਂਕਿ ਸਰੋਂ ਦੀ ਫਸਲ ਹੈ ਜਿਹੜੀ ਬਹੁਤ ਘੱਟ ਪਾਣੀ ਲੈਂਦੀ ਹੈਗੀ ਹੈ ਤੇ ਕਿਸਾਨਾਂ ਨੂੰ ਇਸ ਪਾਸੇ ਪ੍ਰੇਰਿਤ ਵੀ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਕਣਕ ਦੇ ਝਾੜ ਦੀ ਅਸੀਂ ਗੱਲ ਕਰਦੇ ਹਾਂ ਕਿ ਝਾੜ ਇਸ ਵਾਰ ਅੱਛਾ ਨਿਕਲਿਆ ਹੈਗਾ, ਇਸ ਤਰ੍ਹਾਂ ਸਰੋਂ ਦਾ ਜਿਹੜਾ ਝਾੜ ਹੈ ਉਹ 12 ਕੁਇੰਟਲ ਦੇ ਕਰੀਬ ਹੈ ਜਿਹੜਾ ਏਕੜ ਦਾ ਐਤਕੀ ਆਇਆ ਹੈਗਾ। ਪਰ ਫਸਲ ਨੂੰ ਮਾਰ ਕਿੱਥੋਂ ਪਈ ਹੈ ਕਿ MSP ਤੋਂ ਹੇਠਾਂ ਕਿਸਾਨ ਹੈ ਜਿਹੜਾ ਉਹ ਫਸਲ ਵੇਚਣ ਲਈ ਮਜਬੂਰ ਹੈ। ਇਸ ਤਰ੍ਹਾਂ ਦੀ ਸੀਨ ਹੈ ਜਿਹੜਾ ਉਹ ਹਰਿਆਣਾ ਤੇ ਰਾਜਸਥਾਨ 'ਚ ਵੀ ਉੱਭਰਿਆ ਸੀਗਾ। ਹਰਿਆਣਾ, ਰਾਜਸਥਾਨ ਦੇ ਕਿਸਾਨਾਂ ਨੇ ਤਾਂ ਦਿੱਲੀ ਜਾ ਕੇ ਪ੍ਰੋਟੈਸਟ ਕੀਤਾ ਕਿਉਂਕਿ ਉੱਥੇ ਸਰੋਂ ਦੀ ਕਲਟੀਵੇਸ਼ਨ ਜਿਹੜੀ ਜ਼ਿਆਦਾ ਹੁੰਦੀ ਹੈਗੀ ਹੈ। ਤਾਂ ਇਹਨਾਂ ਦੇ ਰੌਲੇ ਰੱਪੇ ਦੇ ਵਿੱਚ ਹਰਿਆਣਾ ਨੇ ਵੀ ਕਿਸਾਨਾਂ ਨੇ ਜ਼ੋਰ ਪਾਇਆ। ਤਾਂ ਜਿਹੜੀ ਨੈਫਡ ਹੈ, ਨੈਸ਼ਨਲ ਲੈਵਲ ਦੀ ਏਜੰਸੀ ਹੈ ਕੋਆਪਰੇਟਿਵ, ਉਹਨੇ ਗੁਜਰਾਤ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਹਰਿਆਣਾ ਦੇ ਵਿੱਚ ਔਰ ਰਾਜਸਥਾਨ ਦੇ ਵਿੱਚ ਇੱਥੇ ਸਰੋਂ ਦੀ ਫਸਲ ਦੀ ਜਿਹੜੀ ਸਰਕਾਰੀ ਖਰੀਦ ਹੈ ਉਹ ਸ਼ੁਰੂ ਕੀਤੀ। ਉਹਦੇ ਨਾਲ ਭਾਅ ਹੈ ਜਿਹੜੇ ਅੱਪ ਹੋ ਗਏ, ਕਿਉਂਕਿ ਦੋਨਾਂ ਸੂਬਿਆਂ ਦੇ ਵਿੱਚ ਪਹਿਲਾਂ ਹਰਿਆਣਾ ਤੇ ਰਾਜਸਥਾਨ 'ਚ ਉੱਥੇ ਵੀ ਜਿਹੜਾ ਸਰਕਾਰੀ ਭਾਅ ਤੋਂ ਹੇਠਾਂ ਸਰੋਂ ਜਿਹੜੀ ਵਿਕ ਰਹੀ ਸੀ। ਪਰ ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਸਰਕਾਰ ਨੇ ਇਸ ਬਾਰੇ ਸੈਂਟਰ ਗਵਰਨਮੈਂਟ ਨਾਲ ਕੋਈ ਰਾਬਤਾ ਹੀ ਨਹੀਂ ਕੀਤਾ। ਘੱਟੋ ਘੱਟ ਸਾਡੇ ਪੰਜਾਬ ਦੇ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਉਦਾਂ ਬਹੁਤ ਐਕਟਿਵ ਮੰਨੇ ਜਾਂਦੇ ਨੇ, ਉਹਨਾਂ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਸੀ ਕਿ ਘੱਟੋ ਘੱਟ ਜਿੰਨਾ ਚਿਰ ਅਸੀਂ ਪ੍ਰੈਸ਼ਰ ਨਹੀਂ ਪਾਵਾਂਗੇ ਭਾਰਤ ਸਰਕਾਰ ਤੇ, ਉਹਨਾਂ ਸਾਨੂੰ ਕੁਝ ਨਹੀਂ ਮਿਲ ਲੱਗਿਆ। ਉਹੀ ਨੈਫਡ 4 ਸੂਬਿਆਂ 'ਚ ਸਰੋਂ ਦੀ ਫਸਲ ਖਰੀਦ ਰਹੀ ਹੈ, ਪੰਜਾਬ ਨੂੰ ਇਗਨੋਰ ਕੀਤਾ ਜਾ ਰਿਹਾ। ਸੋ ਸਰਕਾਰ ਦੀ ਵੀ ਕਿਤੇ ਨਾ ਕਿਤੇ, ਪੰਜਾਬ ਸਰਕਾਰ ਦੀ ਇਹਦੇ ਵਿੱਚ ਢਿੱਲ ਹੈ ਜਿਹੜੀ ਉਹ ਨਜ਼ਰ ਆ ਰਹੀ ਹੈ। ਜੀ ਚਰਨਜੀਤ ਜੀ, ਇਹਦੇ ਨਾਲ ਹੀ ਇੱਕ ਹੋਰ ਵੱਡਾ ਮਸਲਾ ਉੱਭਰ ਕੇ ਸਾਹਮਣੇ ਆਇਆ ਵੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਜਿਨ੍ਹਾਂ ਨੂੰ CBI ਵੱਲੋਂ ਸੰਮਨ ਭੇਜ ਕੇ ਸੱਦੇ ਜਾਣ ਤੋਂ ਬਾਅਦ ਉਹ ਇੱਕ ਨਵੇਂ ਵਿਵਾਦ 'ਚ ਘਿਰਦੇ ਦਿਖਾਈ ਦੇ ਰਹੇ ਨੇ। ਵਿਰੋਧੀਆਂ ਵੱਲੋਂ ਘੇਰਿਆ ਜਾ ਰਿਹਾ। ਉਹ ਵਿਵਾਦ ਹੈ ਉਹਨਾਂ ਦੀ ਸਰਕਾਰੀ ਰਿਹਾਇਸ਼ ਦੀ ਰੈਨੋਵੇਸ਼ਨ ਦਾ, ਜਿਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਲਗਾਤਾਰ ਉਹਨਾਂ ਤੇ ਨਿਸ਼ਾਨੇ ਸੱਦੇ ਜਾ ਰਹੇ ਨੇ, ਘੇਰਿਆ ਜਾ ਰਿਹਾ। ਅਸੀਂ ਜਾਣਨਾ ਚਾਹਾਂਗੇ ਪਹਿਲਾਂ ਤਾਂ ਇਹ ਰੈਨੋਵੇਸ਼ਨ ਦਾ ਵਿਵਾਦ ਕੀ ਹੈ ਤੇ ਤੁਸੀਂ ਇਸ ਨੂੰ ਕਿਵੇਂ ਦੇਖੋ? ਆਤਿਸ਼, ਜਦੋਂ ਮੈਂ 2007 ਦੇ ਵਿੱਚ RTI ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਮੈਂ ਬਹੁਤ ਚੀਜ਼ਾਂ ਤੋਂ ਪੜ੍ਹਦਾ ਸੀ ਕਿ RTI ਐਕਟ ਕਿਵੇਂ ਬਣਿਆ ਜਾਂ ਇਹਨੂੰ ਬਣਾਉਣ ਲਈ ਕਿਸ ਕਿਸਮ ਦੀ ਜਿਹੜੀ ਮੂਵਮੈਂਟ ਹੈ ਉਹ ਚੱਲੀ। ਤਾਂ ਉਹਦੇ ਵਿੱਚ ਸਭ ਤੋਂ ਵੱਧ ਜਿਹੜਾ ਨਾਂ ਉੱਭਰ ਕੇ ਆਉਂਦਾ ਸੀਗਾ ਉਹ ਅਰਵਿੰਦ ਕੇਜਰੀਵਾਲ ਦਾ ਆਉਂਦਾ ਸੀਗਾ, ਕਿਉਂਕਿ ਇਹਨਾਂ ਦੀ ਇੱਕ ਆਪਣੀ ਸੰਸਥਾ ਸੀਗੀ ਪਰਿਵਰਤਨ NGO ਬਣਾਈ ਹੁੰਦੀ ਸੀ। ਤਾਂ ਉਹਨਾਂ ਦਿਨਾਂ ਦੇ ਵਿੱਚ ਜਿੱਥੇ RTI ਦੇ ਮਤਲਬ ਪ੍ਰੈਸ਼ਰ ਬਿਲਡ ਕਰ ਰਹੇ ਸੀ, ਮੂਵਮੈਂਟ ਚਲਾ ਰਹੇ ਸੀ ਕਿ RTI ਐਕਟ ਬਣਨਾ ਚਾਹੀਦਾ, ਤਾਂ ਉਹਨਾਂ ਦਿਨਾਂ ਦੇ ਵਿੱਚ ਇਹ ਝੁੱਗੀਆਂ ਝੋਪੜੀਆਂ 'ਚ ਜਾ ਕੇ ਸੌਂਦੇ ਵੀ ਰਹੇ ਨੇ। ਮੈਂ ਉਹ ਚਿਹਰਾ ਦੇਖਿਆ, ਮੈਨੂੰ ਸਿਰਫ ਉਦੋਂ ਉਹਨਾਂ ਦਾ ਨਾਮ ਪਤਾ ਸੀ ਕਿ ਅਰਵਿੰਦ ਕੇਜਰੀਵਾਲ, ਕਿਉਂਕਿ ਤਾਂ ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਬਾਅਦ 'ਚ ਨੈਸ਼ਨਲ ਲੈਵਲ ਤੇ ਉੱਭਰ ਕੇ ਆਏ ਨੇ, ਬਾਅਦ 'ਚ ਆਮ ਆਦਮੀ ਪਾਰਟੀ ਬਣਦੀ ਹੈਗੀ ਹੈ। ਤਾਂ ਜਿਹੜੇ ਝੁੱਗੀ ਝੋਪੜੀਆਂ 'ਚ ਸੌਣ ਵਾਲੇ ਆਦਮੀ ਜਿਹੜਾ ਅਰਵਿੰਦ ਕੇਜਰੀਵਾਲ, ਨੈਸ਼ਨਲ ਲੈਵਲ ਦੀ ਪਾਰਟੀ ਬਣਾਉਣ ਵਾਲਾ, ਤਾਂ ਨੈਸ਼ਨਲ ਲੈਵਲ ਦਾ ਰੁਤਬਾ ਮਿਲ ਗਿਆ ਉਹਨਾਂ ਨੂੰ, ਠੀਕ ਹੈ। ਤਾਂ ਉਹਨਾਂ ਦੇ ਬੰਗਲੇ ਦੀ ਗੱਲ ਹੈ ਜਿਹੜੀ ਹੁਣ ਚੱਲੀ ਹੈਗੀ ਹੈ। ਵਿਰੋਧੀ ਪਾਰਟੀ ਖਾਸ ਕਰਕੇ ਭਾਜਪਾ ਨੂੰ ਲੱਗਦਾ ਹੈ ਕਿ ਹੁਣ ਸਾਡੇ ਹੱਥ ਇੱਕ
ਅੱਛਾ ਮੌਕਾ ਲੱਗ ਗਿਆ ਹੈਗਾ ਜੀ। ਕਿਉਂਕਿ ਆਮ ਆਦਮੀ ਪਾਰਟੀ ਖਾਸ ਕਰਕੇ ਅਰਵਿੰਦ ਕੇਜਰੀਵਾਲ ਕੋਲ ਇੱਕ ਪਰਸੈਪਸ਼ਨ ਹੀ ਹੈ ਜੀ ਕਿ ਮੈਂ ਕਾਮਨ ਮੈਨ ਆ, ਮੈਂ ਇਮਾਨਦਾਰ ਆ, ਮੈਂ ਕੱਟੜੇ ਇਮਾਨਦਾਰ ਆ, ਜੀ। ਮੈਂ ਆਮ ਲੋਕਾਂ ਦਾ ਨੇਤਾ। ਜੀ। ਇੱਕ ਪਰਸੈਪਸ਼ਨ ਨੈਸ਼ਨਲ ਲੈਵਲ ਤੇ ਬਣੀ ਹੋਈ ਹੈ। ਤਾਂ ਭਾਜਪਾ ਨੂੰ ਲੱਗਦਾ ਹੈ ਕਿ ਇੱਕ ਵਧੀਆ ਮੌਕਾ ਹੈ ਸਾਡੇ ਕੋਲੇ ਕਿ ਇਸ ਪਰਸੈਪਸ਼ਨ ਨੂੰ ਤੋੜਿਆ ਜਾਵੇ, ਇਸ ਨੂੰ ਡੈਂਟ ਪਾਇਆ ਜਾਵੇ। ਜੀ। ਜਿਸ ਤਰ੍ਹਾਂ ਸੀਬੀਆਈ ਨੇ ਪਹਿਲਾਂ ਉਹਨਾਂ ਨੂੰ ਸੰਮਨ ਕੀਤਾ ਸ਼ਰਾਬ ਘੁਟਾਲੇ ਦੇ ਵਿੱਚ, ਉਹਦਾ ਵੀ ਇੱਕ ਕਾਰਨ ਇਹ ਸੀ। ਜੀ। ਠੀਕ ਹੈ, ਹੁਣ ਇਹਦੇ ਵਿੱਚ ਘੇਰਿਆ ਜਾ ਰਿਹਾ ਕਿ ਉਹਨਾਂ ਨੇ ਆਪਣਾ ਜਿਹੜੀ ਸਰਕਾਰੀ ਰਿਹਾਇਸ਼ ਹੈ ਦਿੱਲੀ ਦੇ ਵਿੱਚ, ਉਹਦੀ ਜਿਹੜੀ ਰੈਨੋਵੇਸ਼ਨ ਕੀਤੀ ਉਹਤੇ 45 ਕਰੋੜ ਰੁਪਏ ਜਿਹੜੇ ਖਰਚ ਕੀਤੇ ਨੇ। ਜੀ। ਤਾਂ ਉਹਦੇ ਬਦਲੇ ਦੇ ਵਿੱਚ ਸੰਜੇ ਸਿੰਘ ਹੈ ਜਿਹੜੇ ਇਹਨਾਂ ਦੇ ਐਮਪੀ, ਉਹਨਾਂ ਨੇ ਕਾਊਂਟਰ ਕੀਤਾ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਬੰਗਲੇ ਤੇ ਕਿੰਨੇ ਖਰਚ ਹੋਏ ਨੇ, ਜੀ। ਐਲਜੀ ਦੇ ਬੰਗਲੇ ਤੇ ਕਿੰਨੇ ਖਰਚ ਹੋਏ ਨੇ। ਸੋ ਇਹ ਮੌਕਾ ਤਾੜਦੇ ਆ। ਐਲਜੀ ਨੇ ਵੀ ਹੁਣ ਤੁਹਾਨੂੰ ਚੀਫ ਸੈਕਟਰੀ ਨੂੰ ਇੱਕ ਲੈਟਰ ਜਾਰੀ ਕਰ ਦਿੱਤਾ ਜੀ ਕਿ ਦੱਸਿਆ ਜਾਵੇ, 15 ਦਿਨਾਂ 'ਚ ਰਿਪੋਰਟ ਦਿੱਤੀ ਜਾਵੇ ਬਿਲਕੁਲ ਕਿ ਇਹ ਰੈਨੋਵੇਸ਼ਨ ਤੇ ਕਿੰਨਾ ਖਰਚ ਹੋਇਆ, ਕਿਵੇਂ ਹੋਇਆ। ਜੇ ਤਾਂ ਆਪਾਂ ਦੇਖੀਏ ਵੀ ਕਿ ਠੀਕ ਹੋਇਆ ਜਾਂ ਗਲਤ ਹੋਇਆ, ਜੇ ਤਾਂ ਨਾਰਮਸ ਦੇ ਅਕੋਰਡਿੰਗ ਹੋਇਆ ਜੀ ਕਿ ਰੂਲ ਫਾਲੋ ਕੀਤਾ ਗਿਆ, ਫਿਰ ਤਾਂ ਕੋਈ ਗਲਤ ਨਹੀਂ। ਫਿਰ ਜਿੰਨਾ ਖਰਚਾ ਹੋਇਆ ਕਿ ਜਿੰਨਾ 45 ਕਰੋੜ ਜਿੰਨਾ ਕਿਹਾ ਜਾ ਰਿਹਾ, ਕੀ ਉਹਨਾਂ ਖਰਚ ਹੋਇਆ? ਜੇ ਹੋਇਆ ਤਾਂ ਫਿਰ ਕੁਝ ਵੀ ਗਲਤ ਨਹੀਂ। ਟੈਕਨੀਕਲੀ ਦੇਖਿਆ ਜਾਵੇ ਬਿਲਕੁਲ, ਪਰ ਇਖਲਾਕੀ ਤੌਰ ਤੇ ਦੇਖਿਆ ਜਾਵੇ ਕਿ ਜਦੋਂ ਅਰਵਿੰਦ ਕੇਜਰੀਵਾਲ ਇਹ ਕਹਿੰਦੇ ਨੇ ਕਿ ਮੈਨੂੰ ਤਾਂ ਸਿਰਫ 4 ਕਮਰਿਆਂ ਦਾ ਘਰ ਹੀ ਬਹੁਤ ਹੈਗਾ, ਮੈਂ ਤਾਂ ਨਾ ਲਾਲ ਬੱਤੀ ਵਾਲੀ ਗੱਡੀ ਲੈਣੀ ਹੈਗੀ ਹੈ, ਨਾ ਮੈਂ ਕੋਈ ਵੱਡਾ ਬੰਗਲਾ ਲੈਣਾ ਹੈਗਾ। ਜਦੋਂ ਅਸੀਂ ਉਹਨਾਂ ਗੱਲਾਂ ਵੱਲ ਧਿਆਨ ਕਰਦੇ ਹਾਂ, ਜਦੋਂ ਇਹ ਕਲੇਮ ਕਰਦੇ ਨੇ, ਇਹੀ ਕੋਈ ਅਕਾਲੀ ਭਾਜਪਾ ਜਾਂ ਤੁਹਾਡੀ ਕਾਂਗਰਸ ਵਾਲੇ ਕਰਦੇ ਹੋਣ ਤਾਂ ਲੋਕ ਉਹ ਬੋਦਰ ਨਹੀਂ ਕਰਨਗੇ, ਕਿਉਂਕਿ ਉਹ ਕਲੇਮ ਨਹੀਂ ਕਰਦੇ ਪਾਰਟੀਆਂ ਕਿ ਅਸੀਂ ਆਮ ਆਦਮੀ ਪਾਰਟੀ ਆ, ਕਿਉਂਕਿ ਇਹਨਾਂ ਨੇ ਇੱਕ ਬਦਲਾਅ ਦੀ ਗੱਲ ਕਰਦੇ ਨੇ ਤਾਂ ਲੋਕ ਫਿਰ ਐਕਸਪੈਕਟ ਵੀ ਕਰਦੇ ਨੇ। ਇੱਕ ਐਫੀਡੇਵਿਟ ਵੀ ਅਰਵਿੰਦ ਕੇਜਰੀਵਾਲ ਨੇ ਇਹੋ ਜਿਹਾ ਦਿੱਤਾ ਸੀਗਾ ਸ਼ੁਰੂਆਤ ਦੇ ਵਿੱਚ ਜਦੋਂ ਰਾਜ ਬਿਲਕੁਲ ਦਿੱਤਾ ਸੀ ਇਹਨਾਂ ਨੇ। ਸ਼ੁਰੂਆਤੀ ਮਤਲਬ 2013-14 ਦੀ ਗੱਲ ਹੈਗੀ ਹੈ। ਜਨਤਕ ਕੀਤਾ ਸੀ ਉਹ ਐਫੀਡੇਵਿਟ ਇਹਨਾਂ ਨੇ ਕਿ ਜਦੋਂ ਇਹ ਕਲੇਮ ਕਰਦੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਆ, ਫਿਰ ਉਦੋਂ ਲੋਕਾਂ ਨੂੰ ਇਹ ਗੱਲ ਲੱਗਦਾ ਹੈਗਾ ਕਿ ਮਤਲਬ ਇਹ ਠੀਕ ਨਹੀਂ ਲੱਗਦਾ ਕਿ ਤੁਸੀਂ ਆਪਣੀ ਸੁੱਖ ਸਹੂਲਤ ਦੇ ਲਈ ਇੱਕ ਬੰਗਲਾ ਜਿਹਦੇ ਤੁਸੀਂ ਮਤਲਬ 45 ਕਰੋੜ ਰੁਪਏ ਖਰਚ ਕਰੋ। ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਵੀ ਕਹਿੰਦੇ ਨੇ ਕਿ ਜਦੋਂ ਪਿੱਛੇ ਅੰਸਾਰੀ ਵਾਲਾ ਮਸਲਾ ਆਇਆ ਸੀ ਕਿ 55 ਲੱਖ ਰੁਪਏ ਉਹਨਾਂ ਦੇ ਵਕੀਲਾਂ ਨੂੰ ਦੇਣਾ ਹੈਗਾ ਫੀਸ, ਕਿ ਇਹ ਲੋਕਾਂ ਦਾ ਪੈਸਾ ਹੈਗਾ ਤੇ ਜਿਹੜਾ 45 ਕਰੋੜ ਆ ਉਹ ਵੀ ਦਿੱਲੀ ਦੇ ਲੋਕਾਂ ਦਾ ਪੈਸਾ ਹੋਏਗਾ। ਇਹ ਵੀ ਦੇਖਣ ਵਾਲੀ ਗੱਲ ਹੈ ਜੀ। ਇੱਕ ਚਰਨਜੀਤ ਜੀ, ਕੇਂਦਰ ਸਰਕਾਰ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਜਿਹੜੇ ਫੰਡ ਹੈ ਕੁਝ ਉਹ ਰੋਕ ਲਏ, ਜਿਸ ਕਰਕੇ ਮੁਲਾਜ਼ਮਾਂ ਦੀ ਤਨਖਾਹਾਂ ਦਾ ਬੜਾ ਹੀ ਕਰੋਲਾ ਚੱਲ ਰਿਹਾ, ਵਿਵਾਦ ਖੜਾ ਹੋਇਆ ਹੋਇਆ। ਉਹ ਵਿਵਾਦ ਕੀ ਹੈ? ਦੇਖੋ, ਇਹ ਤਾਂ ਸਾਰਿਆਂ ਨੂੰ ਪਤਾ ਹੈਗਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਸਾਨੂੰ ਪੰਜਾਬ ਨੂੰ ਕਾਫੀ ਵੱਡੀ ਗਿਣਤੀ 'ਚ ਇਨ ਕਰੋੜਸ ਮਿਲਦਾ ਹੈਗਾ, ਕਾਫੀ ਸੈਂਕੜੇ ਕਰੋੜ ਮਿਲਦਾ ਹੈਗਾ। ਤਾਂ ਆਮ ਆਦਮੀ ਪਾਰਟੀ ਜਦੋਂ ਸਰਕਾਰ ਬਣੀ ਤਾਂ ਇਹਨਾਂ ਨੇ ਆਪਣਾ ਮਾਡਲ ਲਿਆਂਦਾ ਕਿ ਅਸੀਂ ਜਿਹੜੇ ਮੁਹੱਲਾ ਕਲੀਨਿਕ ਹੈ ਜਿਹੜੇ ਉਹ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਦਾ ਨਾਂ ਦਿੱਤਾ ਹੈ, ਉਹ ਬਣਾਵਾਂਗੇ। ਤਾਂ ਕੇਂਦਰ ਸਰਕਾਰ ਨੇ ਇਹ ਆਬਜੈਕਸ਼ਨ ਲਾਇਆ ਸੀ ਕਿ ਜਿਹੜਾ ਅਸੀਂ ਪੈਸਾ ਤੁਹਾਨੂੰ ਹੈਲਥ ਤੇ ਵੈਲਨੈਸ ਸੈਂਟਰ ਦੇ ਲਈ ਭੇਜਦੇ ਹੈਗੇ ਆ, ਉਸ ਨਾਂ ਹੇਠ ਭੇਜਦੇ ਆ, ਕਿ ਉਹ ਪੈਸਾ ਤੁਸੀਂ ਇਹਨਾਂ ਜਿਹੜੇ ਆਮ ਆਦਮੀ ਕਲੀਨਿਕ ਹੈ ਉਹਨਾਂ ਤੇ ਖਰਚ ਕਰ ਰਹੇ ਹੋ ਕਿ ਜਿਹੜੇ ਨਾਰਮਸ ਦੀ ਵਾਇਓਲੇਸ਼ਨ ਹੈ। ਤਾਂ ਉਹਨਾਂ ਨੇ ਜਿਹੜੇ ਹੈਲਥ ਮਿਨਿਸਟਰ ਸੈਂਟਰ ਦੇ ਮਨਸੁਖ ਮਾਂਡਵੀ, ਉਹਨਾਂ ਨੇ ਪੈਸਾ ਰੋਕ ਵੀ ਲਿਆ ਸੀਗਾ। ਤਾਂ ਇਹਨਾਂ ਨੇ ਕਿਹਾ ਸੀ ਕਿ ਪੈਸਾ ਸਾਡਾ ਡਾਕਟਰ ਬਲਵੀਰ ਸਿੰਘ ਜਿਹੜੇ ਪੰਜਾਬ ਦੇ ਹੈਲਥ ਮਿਨਿਸਟਰ ਹੈ, ਉਹਨਾਂ ਨੇ ਕਿਹਾ ਪੈਸਾ ਰਿਲੀਜ਼ ਕਰੋ। ਉਹਨਾਂ ਨੇ ਅਜੇ ਤੱਕ ਇਹ ਪੈਸਾ ਰਿਲੀਜ਼ ਨਹੀਂ ਕੀਤਾ। ਹੁਣ ਉਸਦੇ ਜਿਹੜੇ ਇਫੈਕਟਸ ਜਿਹੜੇ ਸਾਹਮਣੇ ਆਉਣੇ ਸ਼ੁਰੂ ਹੋ ਗਿਆ। ਹੁਣ ਉਹ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਪੰਜਾਬ ਦੇ ਵਿੱਚ ਤਕਰੀਬਨ 12,000 ਮੁਲਾਜ਼ਮ ਨੇ ਜਿਨ੍ਹਾਂ ਨੂੰ ਉਹਨਾਂ ਫੰਡਾਂ ਦੇ ਵਿੱਚੋਂ ਤਨਖਾਹ ਦਿੱਤੀ ਜਾਂਦੀ ਹੈ। ਹੁਣ ਜਿਹੜੀ ਮਾਰਚ ਮਹੀਨੇ ਦੀ ਤਨਖਾਹ ਹੈ ਉਹ ਅਸੀਂ ਦੇ ਨਹੀਂ ਸਕੇ ਕਿਉਂਕਿ ਤਾਂ ਸੈਂਟਰ ਨੇ ਪੈਸਾ ਰੋਕਿਆ ਹੋਇਆ, ਪੈਸਾ ਆ ਨਹੀਂ ਰਿਹਾ। ਤਾਂ ਫਿਰ ਅਲਟਰਨੇਟ ਵਜੋਂ ਪੰਜਾਬ ਸਰਕਾਰ ਨੇ ਉਹ ਖੁਦ ਆਪਣੇ ਖਜ਼ਾਨੇ 'ਚੋਂ ਪੈਸੇ ਦਿੱਤੇ ਨੇ। ਚਲੋ 1 ਮਹੀਨੇ ਤਾਂ ਤੁਸੀਂ ਦੇ ਦਿੱਤੇ ਹੈਗੀ ਆ, ਹੁਣ ਅੱਗੇ ਅਪ੍ਰੈਲ ਮਹੀਨੇ ਦੀ ਜੋ ਤਨਖਾਹ ਹੁਣ ਸਿਰ ਤੇ ਫੇਰ ਖੜੀ ਹੈ, ਫੇਰ ਕਿੱਥੋਂ ਦਿਓਗੇ? ਪੰਜਾਬ ਸਰਕਾਰ ਦੇ ਖਜ਼ਾਨੇ ਦਾ ਆਪਾਂ ਨੂੰ ਹਾਲ ਪਤਾ ਹੀ ਹੈ। ਤਾਂ ਡਾਕਟਰ ਬਲਵੀਰ ਸਿੰਘ ਨੇ ਇਹ ਗੱਲ ਹੁਣ ਕਹੀ ਹੈਗੀ ਹੈ ਕਿ ਪੰਜਾਬ ਨੂੰ ਡੈਲੀਬਰੇਟਲੀ ਭਾਰਤ ਸਰਕਾਰ ਟਾਰਗੇਟ ਕਰ ਰਹੀ ਹੈ। ਇਹ ਗੱਲ ਕਿਤੇ ਨਾ ਕਿਤੇ ਠੀਕ ਵੀ ਹੈਗੀ ਹੈ। ਦੇਖੋ, ਨਾਰਮਸ ਦੀ ਪਾਲਣਾ ਕਰਨੀ ਪੰਜਾਬ ਸਰਕਾਰ ਦਾ ਫਰਜ਼ ਹੈ ਕਿਉਂਕਿ ਸੈਂਟਰ ਦੇ ਰੂਲਸ ਸਭ ਲਈ ਇੱਕ ਨੇ, ਤਾਂ ਉਹਨਾਂ ਨੂੰ ਫਾਲੋ ਕਰੋ, ਫਿਰ ਕੋਈ ਆਬਜੈਕਸ਼ਨ ਨਹੀਂ। ਪਰ ਸੈਂਟਰ ਦਾ ਵੀ ਵਤੀਰਾ ਇਸ ਕਿਸਮ ਦਾ ਸਾਨੂੰ ਦੇਖਣਾ। RDF ਦਾ ਪੈਸਾ, ਉਹ ਸਾਡਾ ਆਪਣਾ ਪੈਸਾ 3000 ਕਰੋੜ ਰੁਪਏ, ਉਹ ਨਹੀਂ ਜਾਰੀ ਕਰ ਰਹੀ। ਤੇ ਹੁਣ ਇਹ ਨੈਸ਼ਨਲ ਹੈਲਥ ਮਿਸ਼ਨ ਦਾ ਮਸਲਾ ਇੰਨਾ ਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਕਿਵੇਂ ਨਾ ਕਿਵੇਂ ਬਦਨਾਮ ਕੀਤਾ। ਇਸ ਪੂਰੀ ਸਿਆਸਤ ਦੇ ਵਿੱਚ ਜੇ RDF ਦਾ ਪੈਸਾ ਰੋਕਿਆ ਤਾਂ ਸੜਕਾਂ ਟੁੱਟੀਆਂ ਭੁਗਤਣਾ ਕਿਹਨੂੰ ਪੈ ਰਿਹਾ? ਲੋਕਾਂ ਨੂੰ ਪੈ ਰਿਹਾ। ਜੇ ਹੁਣ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕਿਆ, ਭੁਗਤਣਾ ਕਿਹਨੂੰ ਪੈ ਰਿਹਾ? ਉਹ 12,000 ਮੁਲਾਜ਼ਮਾਂ ਨੂੰ ਜਿਹਨੂੰ ਟਾਈਮ ਸਿਰ ਤਨਖਾਹ ਨਹੀਂ ਮਿਲਦੀ। ਸੋ ਚਾਹੀਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪਹਿਲ ਕਰਨ ਕਿ ਇਸ ਕਿਸਮ ਦੇ ਜਿਹੜੇ ਇਸ਼ੂ ਹੈ ਉਹ ਉਹਨਾਂ ਨਾਲ ਟਾਈ ਅਪ ਕਰਨ।
ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਤੇ ਫਿਰ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।